मैनू लोरियां सुनावे किते मां बन के। ਹਰਚਰਨ ਸਿੰਘ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਇਸ ਸਮੇਂ ਹੀ ਹੋ ਰਿਹਾ ਹੈ ਕਿ ਹਰਚਰਨ ਸਿੰਘ ਦਾ ਕਤਲ ਹੋਇਆ ਸੀ। ਇਸ ਖਬਰ ਨੂੰ ਬਾਰ-ਬਾਰ ਦੱਸਣਾ ਅਤੇ ਇਸ ਸੰਬੰਧੀ ਜਾਣਕਾਰੀ ਬਣਾਏ ਰੱਖਣਾ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਕਾਤਲਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕੇ। ਇਹ ਜਿਹਾ ਕੁਝ ਵੀ ਨਾ ਹੋਵੇ ਕਿ ਇਹ ਕਾਤਲ ਖੁੱਲ੍ਹੇਆਮ ਫਿਰਦੇ ਰਹਿਣ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਹੋਰ ਘਟਨਾਵਾਂ ਨੂੰ ਅੰਜਾਮ ਦੇਣ ਦੇ ਵਿੱਚ ਅਜਿਹੇ ਲੋਕਾਂ ਨੂੰ ਬਲ ਮਿਲੇ। ਪਤਾ ਲੱਗਿਆ ਕਿ ਬਿਜਲੀ ਦੀ ਤਾਰ ਉਸ ਜਗ੍ਹਾ ਤੇ ਕਦੇ ਲਗਾਈ ਹੀ ਨਹੀਂ ਗਈ ਸੀ। ਜਿਨ੍ਹਾਂ ਦੇ ਖੇਤਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਸ ਖੇਤ ਦੇ ਵਿੱਚ ਬਿਜਲੀ ਦੀ ਤਾਰ ਸੀ, ਉਸ ਪਰਿਵਾਰ ਦੇ ਵੱਲੋਂ ਸਾਫ਼ ਮਨਾ ਕਰ ਦਿੱਤਾ ਗਿਆ ਕਿ ਉਹਨਾਂ ਨੇ ਕਦੇ ਆਪਣੇ ਖੇਤ ਦੇ ਵਿੱਚ ਬਿਜਲੀ ਦੀ ਤਾਰ ਲਗਾਈ ਹੀ ਨਹੀਂ। ਜਾਂਚ ਦੇ ਵਿੱਚ ਕਮੀ ਆਈ ਹੈ ਜਾਂ ਫਿਰ ਜਾਣਬੁੱਝ ਕੇ ਜਾਂਚ ਦੇ ਸਮੇਂ ਗਲਤੀਆਂ ਕੀਤੀਆਂ ਜਾ ਰਹੀਆਂ ਨੇ। ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਅਤੇ ਉੱਥੇ ਹੀ ਗੰਭੀਰਤਾ ਦੇ ਨਾਲ ਸੋਚਣ ਵਾਲੀ ਗੱਲ ਹੈ ਕਿ ਤਾਰਾਂ ਹੁਣ ਖੇਤ ਦੇ ਵਿੱਚ ਨਹੀਂ। ਜੇਕਰ ਤਾਰਾਂ ਲੱਗੀਆਂ ਵੀ ਹੋਈਆਂ ਸਨ, ਕਰੰਟ ਲੱਗਿਆ ਵੀ ਹੈ, ਤਾਂ ਫਿਰ ਉਹ ਤਾਰਾਂ ਕਿਸ ਦੀਆਂ ਸਨ ਅਤੇ ਹੁਣ ਉੱਥੇ ਕਿਉਂ ਨਹੀਂ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਬਾਰ-ਬਾਰ ਕੁੜੀ ਜਦੋਂ ਹਰਚਰਨ ਸਿੰਘ ਨੂੰ ਬੁਲਾਉਂਦੀ ਸੀ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਜਦੋਂ ਹਰਚਰਨ ਸਿੰਘ ਕੁੜੀ ਦੇ ਘਰ ਗਿਆ ਹੋਵੇ। ਉਸ ਨੂੰ ਚੰਗੀ ਤਰ੍ਹਾਂ ਸਾਰੇ ਰਸਤੇ ਅਤੇ ਜਗ੍ਹਾਵਾਂ ਪਤਾ ਸਨ ਕਿ ਕਿਹੜੇ ਰਸਤੇ ਤੋਂ ਕੁੜੀ ਦੇ ਘਰ ਵੱਲ ਜਾਣਾ ਹੈ, ਤਾਂ ਆਖਿਰਕਾਰ ਉਸ ਦਿਨ ਕਰੰਟ ਵਾਲੀ ਤਾਰ ਕਿੱਥੋਂ ਆ ਗਈ। ਭਲੀ ਭਾਂਤੀ ਜਾਣੂ ਸੀ ਉਹ ਉਸ ਜਗ੍ਹਾ ਤੋਂ ਅਤੇ ਬਾਰ-ਬਾਰ ਰਾਤ ਦੇ ਸਮੇਂ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਪੀਲੀਭੀਤ ਉਹ ਜੰਗਲਾਂ ਦੇ ਨੇੜੇ ਉਸ ਕੁੜੀ ਦਾ ਘਰ ਹੈ ਤੇ ਉਸ ਜੰਗਲ ਦੇ ਕੋਲ ਹੀ ਮੁੰਡਾ ਕਈ ਵਾਰ ਜਾ ਚੁੱਕਿਆ ਸੀ। ਸ਼ੁਰੂਆਤੀ ਜਾਂਚ ਦੇ ਵਿੱਚ ਕਿਹੜੀਆਂ ਕਮੀਆਂ ਰਹੀਆਂ, ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਚੀਕ ਕੇ ਪ੍ਰਸ਼ਾਸਨ ਨੂੰ ਦੱਸਿਆ ਜਾ ਰਿਹਾ ਹੈ। ਲੋਕਾਂ ਦੇ ਸਾਹਮਣੇ ਸੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਪੈਸੇ ਦੇ ਨਾਲ ਲੱਗਦਾ ਹੈ ਸੱਚਾਈ ਤੇ ਪਰਦਾ ਪਾਇਆ ਜਾ ਰਿਹਾ ਹੈ। ਕੁੜੀ ਦਾ ਕਹਿਣਾ ਹੈ ਕਿ ਉਸਨੇ ਗੱਲ ਕੀਤੀ ਸੀ, ਪਰ ਇੱਕ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜੇਕਰ ਆਪਾਂ ਹਰਚਰਨ ਦੀ ਮੌਤ ਦਾ ਸਮਾਂ ਦੇਖੀਏ ਤਾਂ ਉਸ ਸਮੇਂ ਤੱਕ ਹਰਚਰਨ ਦੀ ਮੌਤ ਹੋ ਚੁੱਕੀ ਸੀ। ਸੀਸੀਟੀਵੀ ਕੈਮਰੇ ਕੁੜੀ ਦੇ ਘਰਦਿਆਂ ਦੇ ਵੱਲੋਂ ਘਰ ਦੇ ਨੇੜੇ ਲਗਾਏ ਹੋਏ ਨੇ। ਜ਼ਾਹਿਰ ਹੈ ਕਿ ਜੰਗਲ ਦੇ ਵਿੱਚ ਜੇਕਰ ਘਰ ਹੈ ਤਾਂ ਉਹਨਾਂ ਦੀ ਖੁਦ ਦੀ ਜਾਨ ਨੂੰ ਵੀ ਖਤਰਾ ਹੈ, ਜਿਸ ਕਰਕੇ ਉਹਨਾਂ ਨੇ ਸੀਸੀਟੀਵੀ ਕੈਮਰੇ ਲਗਵਾਏ ਹੋਏ ਸਨ। ਕੀ ਕੈਮਰਿਆਂ ਦੇ ਵਿੱਚ ਕੁਝ ਵੀ ਕੈਦ ਨਹੀਂ ਹੋਇਆ? ਕਿ ਉਸ ਫੁਟੇਜ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ? ਕਿ ਉਸ ਨੂੰ ਆਧਾਰ ਬਣਾ ਕੇ ਦੇਖਿਆ ਜਾਵੇਗਾ ਕਿ ਕਿਵੇਂ ਹਰਚਰਨ ਆਇਆ ਅਤੇ ਕਿਵੇਂ ਉਸ ਨੂੰ ਕਰੰਟ ਲੱਗਿਆ ਜਾਂ ਫਿਰ ਉਸ ਨੂੰ ਕਤਲ ਕੀਤਾ ਗਿਆ? ਮੋਬਾਈਲ ਫਿਲਹਾਲ ਕ੍ਰਾਈਮ ਬ੍ਰਾਂਚ ਦੇ ਕੋਲ ਹੈ ਅਤੇ ਉਸ ਦੇ ਵਿੱਚੋਂ ਸਾਰਾ ਡਾਟਾ ਕ੍ਰਾਈਮ ਬ੍ਰਾਂਚ ਆਪਣੇ ਹਿਸਾਬ ਦੇ ਨਾਲ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਸਾਰੇ ਸਬੂਤਾਂ ਨੂੰ ਪੇਸ਼ ਕਰੇਗੀ, ਇਹ ਦੇਖਣਾ ਹੋਵੇਗਾ। ਇਹ ਮਾਮਲਾ ਹੁਣ ਜਨਤਕ ਹੋ ਚੁੱਕਿਆ ਹੈ। ਲੋਕਾਂ ਦੀਆਂ ਭਾਵਨਾਵਾਂ ਇਸ ਮਾਮਲੇ ਦੇ ਨਾਲ ਜੁੜ ਚੁੱਕੀਆਂ ਨੇ ਤੇ ਇਨਸਾਫ ਦੀ ਮੰਗ ਲੋਕਾਂ ਦੇ ਵੱਲੋਂ ਬਾਰ-ਬਾਰ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਰਡਰ ਹੀ ਹੈ, ਇਹ ਕਤਲ ਕੀਤਾ ਗਿਆ। ਬੱਚੇ ਦੇ ਸਰੀਰ ਸੀ ਜਿਹੜਾ ਮ੍ਰਿਤਕ ਸਰੀਰ ਨੂੰ ਦੇਖ ਕੇ ਹੀ ਪਤਾ ਚੱਲਦਾ ਸੀ ਕਿ ਉਸ ਦੇ ਨਾਲ ਮਾਰਨ ਤੋਂ ਪਹਿਲਾਂ ਮਾਰ ਕੁਟਾਈ ਬੁਰੀ ਤਰ੍ਹਾਂ ਕੀਤੀ ਗਈ ਸੀ। ਅਜਿਹੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ ਗਈ ਸੀ ਕਿ ਉਸ ਨੂੰ ਮਾਰਦੇ ਮੁੰਡੇ ਦੀਆਂ ਇੱਕ ਲੱਤ ਟੁੱਟੀ ਹੋਈ ਸੀ ਅਤੇ ਉਸ ਦੀ ਗਰਦਨ ਵੀ ਟੁੱਟੀ ਹੋਈ ਸੀ। ਲਾਸ਼ ਨੂੰ ਦੇਖ ਕੇ ਘਰਦਿਆਂ ਨੂੰ ਸਾਫ਼ ਤੌਰ ਤੇ ਪਤਾ ਲੱਗ ਰਿਹਾ ਸੀ ਕਿ ਉਸ ਦਾ ਕਤਲ ਕੀਤਾ ਗਿਆ। ਸਾਰੇ ਸਰੀਰ ਤੇ ਨੀਲ ਪਏ ਹੋਏ ਸਨ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਸੀ, ਦੇਖਣਯੋਗ ਨਹੀਂ ਸੀ ਹਰਚਰਨ ਸਿੰਘ ਦੀ ਮ੍ਰਿਤਕ ਦਾ। ਤਾਂ ਇਹ ਕਤਲ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਨੂੰ ਕੁੜੀ ਨੇ ਫੋਨ ਕੀਤਾ। ਕੁੜੀ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਉਹ ਨਾ ਆਇਆ ਤਾਂ ਉਹ ਕੁੜੀ ਆਤਮ ਹੱਤਿਆ ਕਰ ਲਵੇਗੀ। ਮਜਬੂਰ ਕੀਤਾ ਗਿਆ ਹਰਚਰਨ ਨੂੰ ਘਰ ਬੁਲਾਉਣ ਦੇ ਲਈ। ਸਿੱਧਾ ਸਾਦਾ ਹਰਚਰਨ ਉਸ ਕੁੜੀ ਦੀਆਂ ਗੱਲਾਂ ਦੇ ਵਿੱਚ ਆ ਗਿਆ। ਉਸ ਨੂੰ ਨਹੀਂ ਪਤਾ ਸੀ ਕਿ ਉਹਦੇ ਲਈ ਜਾਲ ਵਿਛਾਇਆ ਜਾ ਰਿਹਾ ਹੈ, ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਹੈ ਬਹੁਤ ਹੀ ਬੇਰਹਿਮੀ ਦੇ ਨਾਲ। ਮੁੰਡੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੜੀ ਬੇਰਹਿਮੀ ਦੇ ਨਾਲ ਉਹਨਾਂ ਦੇ ਮੁੰਡੇ ਦਾ ਕਤਲ ਕੀਤਾ ਗਿਆ। ਮੁੰਡੇ ਦੇ ਦੋਸਤਾਂ ਦਾ ਵੀ ਇਹੀ ਕਹਿਣਾ ਹੈ ਕਿ ਹਰਚਰਨ ਦਾ ਕਤਲ ਕੀਤਾ ਗਿਆ ਕਿਉਂਕਿ ਜਿਸ ਸਮੇਂ ਉਹ ਛੱਡ ਕੇ ਆਏ ਸੀ ਤਾਂ ਸਭ ਕੁਝ ਠੀਕ ਸੀ। ਉਸ ਦੇ ਬਾਵਜੂਦ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਹਰਚਰਨ ਦਾ ਫੋਨ ਬੰਦ ਕਿਉਂ ਹੈ ਅਤੇ ਉਹ ਕਿੱਥੇ ਗਿਆ। ਜਿਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਦੋਸਤ ਦੀ ਮਦਦ ਦੇ ਨਾਲ ਉਸ ਕੁੜੀ ਨੂੰ ਫੋਨ ਕੀਤਾ ਤੇ ਕੁੜੀ ਨੇ ਹੀ ਦੱਸਿਆ ਕਿ ਹਰਚਰਨ ਸਿੰਘ ਕਿੱਥੇ ਹੋ ਸਕਦਾ ਨਹੀਂ ਕਿਹਾ ਜਾ ਸਕਦਾ। ਉਸ ਕੁੜੀ ਨੂੰ ਬਾਖੂਬੀ ਸਭ ਕੁਝ ਪਤਾ ਸੀ, ਇੰਜ ਲੱਗ ਰਿਹਾ ਹੈ।
क्योंकि जिहड़ी जगह ते कुड़ी ने दस्सिया कि हरचरण सिंह दी लाश है उस जगह ते ही उसकी लाश मिली। बहुत ही मंदभागी घटना हुई है कि एक नौजवान बच्चे ਨੂੰ ਜਿਸ ਨੂੰ ਕਿ ਸਮਝਾਇਆ ਜਾ ਸਕਦਾ ਸੀ, ਜਿਸ ਦੇ ਘਰਦਿਆਂ ਨੂੰ ਦੱਸ ਕੇ ਉਸ ਨੂੰ ਡਰਾਇਆ ਜਾ ਸਕਦਾ ਸੀ ਕਿ ਅਜਿਹੀ ਗਲਤੀਆਂ ਉਹ ਨਾ ਕਰੇ, ਉਸ ਨੂੰ ਜਾਨੋਂ ਮਾਰ ਦਿੱਤਾ ਗਿਆ। ਤਸੀਹੇ ਦਿੱਤੇ ਗਏ, ਤਸ਼ੱਦਦ ਕੀਤੀ ਗਈ, ਬੱਚੇ ਨੂੰ ਕਰੰਟ ਲਗਾ ਕੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ, ਖੂਨ ਤੱਕ ਨਿਕਲਿਆ ਉਸ ਦੇ ਸਰੀਰ ਦੇ ਵਿੱਚੋਂ ਅਤੇ ਬੇਰਹਿਮੀ ਦੇ ਨਾਲ ਮਾਰਦੇ ਹੋਏ ਉਸ ਮੁੰਡੇ ਦੀ ਜਾਨ ਲੈ ਲਈ ਗਈ। ਇਸ ਦੇ ਬਾਵਜੂਦ ਵੀ ਜੇਕਰ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਜਿਸ ਦਿਨ ਹਰਚਰਨ ਦੀ ਲਾਸ਼ ਮਿਲੀ ਹੈ ਉਹ ਬਹੁਤ ਹੀ ਇੱਕ ਨੋਰਮਲ ਦਿਨ ਸੀ। ਹਰ ਰੋਜ਼ ਦੀ ਤਰ੍ਹਾਂ ਹੀ ਕੁੜੀ ਦੇ ਪਰਿਵਾਰਕ ਮੈਂਬਰ ਉੱਠੇ, ਗੁਰਦੁਆਰਾ ਸਾਹਿਬ ਗਏ ਅਤੇ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਚਾਹ ਪਾਣੀ ਪੀਤੀ ਹੈ। ਤਾਂ ਬਹੁਤ ਹੀ ਬੇਸ਼ਰਮੀ ਦੀ ਗੱਲ ਹੈ ਇਹ ਕਿ ਇੱਕ ਪਿੰਡ ਦੇ ਵਿੱਚ ਜੇਕਰ ਕਿਸੇ ਦਾ ਕਤਲ ਹੋਇਆ ਸੀ, ਕਿਸੇ ਦੀ ਲਾਸ਼ ਪਈ ਸੀ, ਸਵੇਰ ਦੇ 10-11 ਵਜੇ ਤੱਕ ਕਿਸੇ ਨੂੰ ਕੁਝ ਪਤਾ ਹੀ ਨਹੀਂ ਚੱਲਿਆ। ਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਤੇ ਕੁੜੀ ਦੇ ਘਰਦਿਆਂ ਦਾ ਵੀ ਇਹ ਵੀ ਕਹਿਣਾ ਹੈ ਕਿ ਜਿਸ ਸਮੇਂ ਪੁਲਿਸ ਆਈ ਉਹਨਾਂ ਨੂੰ ਉਸ ਸਮੇਂ ਸਭ ਕੁਝ ਪਤਾ ਚੱਲਿਆ। ਪਿੰਡਾਂ ਦੇ ਵਿੱਚ ਸਵੇਰ 4 ਤੋਂ 5 ਵਜੇ ਹੀ ਹੋ ਜਾਂਦੀ ਹੈ, 10 ਵਜੇ ਤੱਕ ਅੱਧਾ ਦਿਨ ਚੜ੍ਹਾ ਹੁੰਦਾ ਹੈ। ਸਾਰੇ ਕੰਮਕਾਰ ਮੁਕਾ ਲਏ ਜਾਂਦੇ ਨੇ ਤੇ ਹਰ ਕੋਈ ਆਪਣੇ ਖੇਤ ਦਾ ਗੇੜਾ ਲਗਾਉਣ ਜ਼ਰੂਰ ਜਾਂਦਾ ਹੈ। ਉਸ ਦੇ ਬਾਵਜੂਦ ਵੀ ਅਜਿਹਾ ਬਿਆਨ ਦੇਣਾ ਕਿ 10-11 ਵਜੇ ਤੱਕ ਪੁਲਿਸ ਦੇ ਆਉਣ ਤੋਂ ਪਹਿਲਾਂ ਜਾਂ ਫਿਰ ਪੁਲਿਸ ਦੀ ਹਲਚਲ ਤੋਂ ਬਿਨਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਕੀ ਵਾਪਰਿਆ। ਸਰਾਸਰ ਇਹ ਸਾਰੀਆਂ ਗੱਲਾਂ ਝੂਠ ਜਾਪ ਰਹੀਆਂ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਸੀ ਉਸ 'ਤੇ ਸਵਾਲ ਉੱਠੇ ਅਤੇ ਇਹ ਸਾਰਾ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ। ਜਾਂਚ ਹਾਲੇ ਚੱਲ ਰਹੀ ਹੈ। ਪਰਿਵਾਰ ਨੂੰ ਉਮੀਦ ਹੈ ਕਿ ਇਨਸਾਫ ਜ਼ਰੂਰ ਮਿਲੇਗਾ, ਪਰ ਇਸ ਮਾਮਲੇ ਦੇ ਵਿੱਚ CBI ਜਾਂਚ ਦੀ ਮੰਗ ਵੀ ਉੱਠਣੀ ਸ਼ੁਰੂ ਹੋ ਗਈ ਹੈ ਕਿਉਂਕਿ ਹੁਣ ਤੱਕ ਨਾ ਤਾਂ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਖੁੱਲ੍ਹੇ ਤੌਰ 'ਤੇ ਇਨਸਾਫ ਮਿਲਣ ਦੀ ਲੋਕਾਂ ਨੂੰ ਉਮੀਦ ਜਾਪ ਰਹੀ ਹੈ। ਇਸੇ ਕਰਕੇ #ਜਸਟਿਸ ਦੀ ਮੁਹਿੰਮ ਛਿੜੀ ਹੋਈ ਹੈ। #ਜਸਟਿਸ ਫॉर ਹਰਚਰਨ ਸਿੰਘ ਦੀ ਮੁਹਿੰਮ ਤੇਜ਼ੀ ਦੇ ਨਾਲ ਫੈਲ ਰਹੀ ਹੈ। ਹਰ ਕਿਤੇ ਇਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਹਰਚਰਨ ਸਿੰਘ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ, ਹਰਚਰਨ ਸਿੰਘ ਅਤੇ ਪਰਿਵਾਰ ਨੂੰ ਜਲਦ ਇਨਸਾਫ ਦਿਵਾਇਆ ਜਾਵੇ।